ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਭਗਤ ਪੀਪਾ ਜੀ। ਦੇਵੀ ਭਗਤ ਰਾਜਾ। ਪੀਪਾ ਜੀ ਗਜਨੌਰ ਦੇ ਰਾਜਾ ਸਨ। ਇਹਨਾਂ ਦਾ ਜਨਮ 1483 ਬਿਕਰਮੀ ਨੂੰ ਹੋਇਆ। ਬਾਪ ਦੇ ਮਰਨ ਦੇ ਪਿੱਛੋਂ ਰਾਜ ਤਖਤ ਦੇ ਉੱਤੇ ਬੈਠੇ। ਜਦੋਂ ਰਾਜ ਭਾਗ ਮਿਲਿਆ ਤਦੋਂ ਇਹਨਾਂ ਦੀ ਚੜ੍ਹਦੀ ਜਵਾਨੀ ਸੀ। ਉਹ ਜਵਾਨ ਜਿਸ ਨੂੰ ਅੰਨੀ ਜਵਾਨੀ ਆਖਿਆ ਜਾਂਦਾ ਹੈ, ਜਦੋਂ ਪੁਰਸ਼ ਤੇ ਹੰਕਾਰ ਠਾਠਾ ਮਾਰਦਾ ਹੈ। 12 ਸੁੰਦਰ ਨਾਰੀਆਂ ਦੇ ਨਾਲ ਪੀਪਾ ਜੀ ਨੇ ਸ਼ਾਦੀਆਂ ਕੀਤੀਆਂ। ਹਰ ਇੱਕ ਰਾਣੀ ਨੂੰ ਇੱਕ ਤੋਂ ਦੂਸਰੀ ਦੇ ਨਾਲੋਂ ਵੱਧ ਚੜ੍ਹ ਰੂਪਵੰਤੀ ਸੀ, ਪਰ ਸਭ ਤੋਂ ਛੋਟੀ ਪਦਮਨੀ ਰਾਣੀ ਸੀਤਾ ਸੀ। ਸੀਤਾ ਦੇ ਨਾਲ ਪੀਪਾ ਜੀ ਬਹੁਤਾ ਪਿਆਰ ਕਰਦੇ ਸਨ। ਪਿਆਰ ਹੀ ਨਹੀਂ, ਸੀਤਾ ਦੇ ਨਾਲ ਪਰਛਾਵੇਂ ਦੇ ਵਾਂਗ ਰਹਿੰਦੇ ਸਨ। ਰਾਜ ਭਾਗ ਸੁੰਦਰ ਨਾਰੀਆਂ ਦੇ ਹੋਣ ਤੇ ਪੀਪਾ ਜੀ ਦੇਵੀ ਦੁਰਗਾ ਦੇ ਉਪਾਸ਼ਕ ਸਨ। ਕਦੇ ਕਦਾਈ ਚੰਗੇ ਸਾਧੂਆਂ ਨੂੰ ਰਾਜ ਮਹਿਲ 'ਚ ਸੱਦ ਕੇ ਗਿਆਨ ਚਰਚਾ ਵੀ ਕਰਦੇ, ਪਰ ਰਾਣੀਆਂ ਕੋਲ ਹੁੰਦੀਆਂ। ਉਸਦੇ ਰਾਜ ਮਹਿਲ ਦੇ ਵਿੱਚ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਸੀ, ਪਰ ਉਹ ਦੇਵੀ ਦੀ ਉਪਾਸ਼ਨਾ ਰਸਮੀ ਸੀ, ਜਿਵੇਂ ਵੱਡੇ ਵਡੇਰੇ ਕਰਦੇ ਆਏ ਸਨ। ਇੱਕ ਦਿਨ ਪੀਪਾ ਜੀ ਨੂੰ ਪਤਾ ਲੱਗਿਆ ਕਿ ਉਸਦੇ ਸ਼ਹਿਰ ਦੇ ਵਿੱਚ ਵੈਸ਼ਨਵ ਸਾਧੂਆਂ ਦੀ ਇੱਕ ਮੰਡਲੀ ਆਈ ਹੈ। ਉਹ ਹਰੀ ਜਸ ਤੇ ਰਾਮ ਨਾਮ ਦਾ ਭਜਨ ਬਹੁਤ ਰਸੀਲੀ ਜ਼ੁਬਾਨ ਦੇ ਨਾਲ ਕਰਦੇ ਹਨ। ਸਾਧੂ ਰੱਬ ਰੂਪ ਨੇ। ਸਾਧੂਆਂ ਦੀ ਉਪਮਾ ਸੁਣ ਕੇ ਰਾਜੇ ਨੇ ਸੀਤਾ ਤੇ ਹੋਰ ਰਾਣੀਆਂ ਦੇ ਨਾਲ ਸਲਾਹ ਕੀਤੀ ਕਿ ਵੈਸ਼ਨਵ ਸਾਧੂਆਂ ਨੂੰ ਭੋਜਨ ਛਕਾਉਣਾ ਚਾਹੀਦਾ ਹੈ। ਸਲਾਹ ਪੱਕੀ ਹੋ ਜਾਣ ਤੇ ਪਿੱਛੋਂ ਰਾਜਾ ਆਪ ਸੰਤ ਮੰਡਲੀ ਕੋਲ ਗਿਆ ਤੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਹੇ ਸੰਤ ਜਨੋ, ਮੇਰੇ ਗ੍ਰਹਿ ਵਿਖੇ ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕਰੋ। ਭੋਜਨ ਛਕੋ, ਗ੍ਰਹਿ ਵਿਖੇ ਆਪ ਦੀ ਸੇਵਾ ਕਰਨ ਦਾ ਸਮਾਂ ਪ੍ਰਾਪਤ ਹੋ ਜਾਵੇ। ਰਾਜੇ ਪੀਪੇ ਦੀ ਇਹ ਬੇਨਤੀ ਸੁਣ ਕੇ, ਉਸ ਦੀ ਭਗਤੀ ਦੇ ਭਾਵ ਨੂੰ ਦੇਖ ਕੇ ਸੰਤ ਮੰਡਲੀ ਦੇ ਮੁਖੀ ਨੇ ਨਿਉਂਦਾ ਮੰਨ ਲਿਆ। ਸਾਰੀ ਸੰਤ ਮੰਡਲੀ ਰਾਜ ਮਹਿਲ 'ਚ ਪਧਾਰੀ। ਇਹੋ ਜਿਹਾ ਸਿੱਧਾ ਸੰਤਾਂ ਨੇ ਮੰਗਿਆ, ਉਹੋ ਜਿਹਾ ਹੀ ਦਿੱਤਾ ਗਿਆ। ਬੜੀ ਸੁਚੱਜਤਾ ਤੇ ਨਿਰਮਲਤਾ ਦੇ ਨਾਲ ਸੇਵਾ ਕੀਤੀ ਗਈ। ਰਾਜੇ ਤੇ ਰਾਣੀਆਂ ਦਾ ਪ੍ਰੇਮ, ਸ਼ਰਧਾ, ਭਗਤੀ ਨੂੰ ਦੇਖ ਕੇ ਸੰਤ ਬਹੁਤ ਖੁਸ਼ ਹੋਏ। ਪਰ ਇਹ ਜਾਣ ਕੇ ਕਿ ਰਾਜਾ ਪੱਥਰ ਦੀ ਦੇਵੀ ਦਾ ਪੁਜਾਰੀ ਹੈ, ਉਹਨਾਂ ਨੂੰ ਦੁੱਖ ਬਹੁਤ ਹੋਇਆ। ਉਹ ਸੰਤ ਸਵਾਮੀ ਰਾਮਾਨੰਦ ਜੀ ਦੇ ਚੇਲੇ ਸਨ। ਸਰਬ ਸ਼ਕਤੀਮਾਨ ਪਰਮਾਤਮਾ ਨੂੰ ਸਰਵ ਵਿਆਪੀ ਤੇ ਅਕਾਲ ਮੰਨਦੇ ਸਨ। ਭੋਜਨ ਛਕ ਕੇ ਪ੍ਰਸੰਨ ਹੋਣ ਪਿੱਛੋਂ ਉਹਨਾਂ ਨੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, ਹੇ ਭਗਵਾਨ, ਰਾਜੇ ਪੀਪੇ ਨੂੰ ਸਮੱਤ ਬਖਸ਼। ਇਹ ਪੱਥਰ ਪੂਜਕ ਨਾ ਰਹੇ, ਹਰੀ ਭਗਤੀ ਕਰੇ। ਆਖਦੇ ਨੇ ਭਗਤ ਜਨਾਂ ਦੀ ਅਰਦਾਸ ਬਿਰਥਾ ਨਹੀਂ ਜਾਂਦੀ। ਹਰੀ ਨੇ ਸੁਣ ਲਈ। ਰਾਜੇ ਨੇ ਸੱਚੀ ਭਗਤੀ ਮਾਰਗ ਪਾਉਣ ਵਾਸਤੇ ਇੱਕ ਵਿਉਂਤ ਸੋਚੀ। ਰਾਜੇ ਪੀਪੇ ਨੂੰ ਸੁਪਨਾ ਆਇਆ। ਰਾਜਾ ਪੀਪਾ ਬੜੀ ਸ਼ਾਨ ਦੇ ਨਾਲ ਸ਼ੀਸ਼ ਮਹਿਲ ਦੇ ਵਿੱਚ ਮਖਮਲੀ ਗਦੈਲੇ ਦੇ ਉੱਤੇ ਇੱਕ ਰਾਤ ਸੁੱਤਾ ਸੀ। ਉਸਦੀ ਪਿਆਰੀ ਸੀਤਾ ਉਸਦੇ ਕੋਲ ਸੀ। ਸੰਸਾਰ ਦੀ ਕਿਸੇ ਥੁੜੋਂ ਦੀ ਉਸਨੂੰ ਕੋਈ ਚਿੰਤਾ ਹੀ ਨਹੀਂ ਸੀ। ਸੀਤਾ ਦੇ ਨਾਲ ਲਾਡ ਪਿਆਰ ਕਰਦਿਆਂ ਕਰਦੇ ਹੀ ਨੀਂਦ ਆ ਗਈ। ਸੀਤਾ ਵੀ ਘੂਕ ਸੌਂ ਗਈ। ਰਾਜੇ ਨੂੰ ਸੁਪਨਾ ਆਇਆ। ਸੁਪਨੇ 'ਚ ਰਾਜੇ ਨੇ ਦੇਖਿਆ ਕਿ ਉਹ ਪਲੰਗ ਉੱਤੇ ਹੀ ਲੇਟਿਆ ਹੋਇਆ ਹੈ। ਸ਼ੀਸ਼ ਮਹਿਲ ਦੇ ਬੂਹੇ ਆਪਣੇ ਆਪ ਖੁੱਲ੍ਹ ਗਏ। ਇੱਕ ਬਹੁਤ ਵੱਡੀ ਡਰਾਉਣੀ ਸੂਰਤ ਉਸਦੇ ਵੱਲ ਵਧੀ। ਜਿਸ ਸੂਰਤ ਦੇ ਹੁਲੀਏ ਦੇ ਬਾਰੇ ਉਸਨੇ ਗ੍ਰੰਥਾਂ 'ਚ ਪੜ੍ਹਿਆ ਹੈ ਤੇ ਬਾਤਾਂ ਦੇ ਰਾਹੀਂ ਸੁਣਿਆ ਸੀ, ਉਸਦੀ ਜ਼ੁਬਾਨੋਂ ਨਿਕਲ ਰਿਹਾ ਹੈ ਦੈਂਤ। ਉਹ ਦੈਂਤ ਰਾਜੇ ਦੇ ਪਲੰਗ ਦੇ ਕੋਲੇ ਗਿਆ। ਉਸਦੇ ਦੰਦ ਤੇ ਹੱਥਾਂ ਦੇ 9 ਡਰਾਉਣੇ ਸੀ। ਜਾਨ ਬਚਾਉਣ ਵਾਸਤੇ ਰਾਜੇ ਨੇ ਪਲੰਗ ਤੋਂ ਉੱਠ ਕੇ ਨੱਸਣਾ ਚਾਹਿਆ, ਪਰ ਨੱਸ ਨਾ ਸਕਿਆ। ਦੈਂਤ ਨੇੜੇ ਆ ਗਿਆ। ਉਸਨੇ ਪੀਪੇ ਨੂੰ ਆਖਿਆ, ਕੱਲ ਤੋਂ ਦੁਰਗਾ ਦੀ ਪੂਜਾ ਨਾ ਕਰੀ। ਜੇ ਉਸਦੀ ਪੂਜਾ ਕਰੇਗਾ ਤਾਂ ਮੈਂ ਤੈਨੂੰ ਮਾਰ ਦਿਆਂਗਾ। ਬਸ ਦੁਰਗਾ ਪੂਜਾ ਨਹੀਂ ਕਰਨੀ। ਇਹ ਆਖ ਕੇ ਉਹ ਦੈਂਤ ਪੁੱਠੇ ਪੈਰੀ ਪਿੱਛੇ ਮੁੜ ਗਿਆ ਤੇ ਦਰਵਾਜ਼ੇ ਕੋਲੇ ਜਾ ਕੇ ਇੱਕਦਮ ਅਲੋਪ ਹੋ ਗਿਆ। ਹੇ ਭਗਤ ਜਨੋ, ਰਾਜਾ ਪੀਪਾ ਡਰ ਗਿਆ। ਡਰ ਦੇ ਨਾਲ ਉਸਦਾ ਐਸਾ ਕਲੇਜਾ ਧੜਕਿਆ ਕਿ ਉਹ ਵੱਸ ਵਿੱਚ ਹੀ ਨਾ ਆਵੇ। ਕਲੇਜੇ ਦੀ ਧੜਕਣ ਦੇ ਨਾਲ ਉਸਦੀ ਨੀਂਦ ਖੁੱਲ੍ਹ ਗਈ। ਨੀਂਦ ਖੁੱਲ੍ਹੀ ਤੇ ਉਸਨੇ ਅੱਖਾਂ ਮਲ ਕੇ ਦੇਖਿਆ ਕਿ ਕਮਰੇ ਦਾ ਬੂਹਾ ਬੰਦ ਸੀ। ਸੀਤਾ ਕੋਲ ਸੁੱਤੀ ਪਈ ਸੀ। ਉਸਨੂੰ ਕੁਛ ਨਹੀਂ ਸੀ ਪਤਾ ਕਿ ਰਾਜੇ ਦੇ ਨਾਲ ਕੀ ਬੀਤੀ। ਰਾਜੇ ਨੇ ਕਾਹਲੀ ਦੇ ਨਾਲ ਸੀਤਾ ਨੂੰ ਜਗਾਇਆ। ਜਦੋਂ ਉਹ ਜਾਗ ਪਈ ਤਾਂ ਉਸਨੂੰ ਸੁਪਨੇ ਦੀ ਸਾਰੀ ਘਟਨਾ ਸੁਣਾ ਕੇ ਕਿਹਾ ਕਿ ਮੈਂ ਹੁਣ ਦੁਰਗਾ ਦੇ ਮੰਦਰ ਜਾਣਾ ਹੈ। ਸੀਤਾ ਕਹਿੰਦੀ, ਪਰ ਹਜੇ ਤਾਂ ਰਾਤ ਹੈ, ਸਵੇਰ ਤਾਂ ਹੋਣ ਦਿਓ। ਰਾਜੇ ਨੇ ਕਿਹਾ, ਨਹੀਂ, ਉੱਠ ਛੇਤੀ ਕਰ, ਮੇਰਾ ਕਲੇਜਾ ਧੜਕ ਕੇ ਬਾਹਰ ਆਉਣ ਵਾਲਾ ਹੈ। ਸੀਤਾ ਉੱਠ ਬੈਠੀ। ਦੁਰਗਾ ਦਾ ਮੰਦਰ ਰਾਜ ਮਹਿਲ ਦੇ ਵਿੱਚ ਹੀ ਸੀ। ਉਸ 'ਚ 24 ਘੰਟੇ ਘਿਓ ਦੀ ਜੋਤ ਜਗਦੀ ਰਹਿੰਦੀ ਸੀ। ਸੀਤਾ ਦੇ ਸਮੇਤ ਰਾਜਾ ਪੀਪਾ ਦੁਰਗਾ ਦੇ ਮੰਦਰ ਪੂਜਾ
ਦੁਰਗਾ ਦੀ ਮੂਰਤੀ ਦੇ ਸਾਹਮਣੇ ਡੰਡੌਤ ਪ੍ਰਣਾਮ ਕਰਕੇ ਹਿਰਦੇ ਦੀ ਵੇਦਨਾ ਪ੍ਰਗਟ ਕਰਨੀ ਲੱਗਿਆ ਕਿ ਦੁਰਗਾ ਦੀ ਮੂਰਤੀ ਦੇ ਪਿੱਛੋਂ ਗੈਵੀ ਆਵਾਜ਼ ਆਈ, ਰਾਜਾ ਮੇਰੀ ਪੂਜਾ ਨਾ ਕਰ, ਮੈਂ ਪੱਥਰ ਹਾਂ, ਕਿਸੇ ਸੰਤ ਦੇ ਲੜ ਲੱਗ, ਉਸਦੀ ਕਿਰਪਾ ਦੇ ਨਾਲ ਭਗਤੀ ਦੇ ਸਹੀ ਮਾਰਗ ਨੂੰ ਪਾਵੇਂਗਾ। ਮੈਂ ਤੇਰੀ ਕਲਿਆਣ ਨਹੀਂ ਕਰ ਸਕਦੀ, ਕਲਿਆਣ ਬਦਲੇ ਹੀ ਤੂੰ ਮੇਰੀ ਪੂਜਾ ਕਰਨਾ ਹੈ। ਜਾਂ ਜਿਹੜੇ ਸੰਤ ਤੇਰੇ ਘਰੋਂ ਭੋਜਨ ਖਾ ਕੇ ਗਏ ਨੇ ਉਹਨਾਂ ਕੋਲੋਂ ਪੁੱਛ। ਇਹਨਾਂ ਬਚਨਾਂ ਨੂੰ ਪੀਪੇ ਤੇ ਉਸਦੀ ਰਾਣੀ ਸੀਤਾ ਨੇ ਬੜੇ ਧਿਆਨ ਦੇ ਨਾਲ ਸੁਣਿਆ, ਪਰ ਹੈਰਾਨ ਸੀ ਕਿ ਇਹ ਕੌਤਕ ਪਹਿਲਾਂ ਕਿਉਂ ਨਹੀਂ ਹੋਇਆ। ਕਈ ਸਾਲ ਪਹਿਲਾਂ ਦੁਰਗਾ ਦੀ ਪੂਜਾ ਕਰਦੇ ਰਹੇ, ਦੁਰਗਾ ਦੀ ਮੂਰਤੀ ਬਣੀ ਨੂੰ 200 ਸਾਲ ਹੋ ਗਏ, ਵੱਡੇ ਵਡੇਰੇ ਪੂਜਦੇ ਆਏ ਨੇ, ਉਹਨਾਂ ਦੇ ਵੇਲੇ ਕਿਉਂ ਨਾ ਇਹ ਮੂਰਤੀ ਬੋਲੀ। ਇਹ ਵਿਚਾਰ ਉਹਨਾਂ ਦੇ ਸਨ, ਜ਼ੁਬਾਨ ਤਾਂ ਉਹ ਡਰਦੇ ਖੋਲ ਨਹੀਂ ਸੀ ਸਕੇ। ਦੋਵੇਂ ਇੱਕ ਦੂਜੇ ਦੇ ਵੱਲ ਦੇਖਦੇ ਹੋਏ ਦੁਰਗਾ ਦੀ ਮੂਰਤੀ ਨੂੰ ਅੰਤਮ ਪ੍ਰਣਾਮ ਕਰਕੇ ਹੌਲੀ ਹੌਲੀ ਆਪਣੇ ਮਹਿਲ ਨੂੰ ਆ ਗਏ। ਸਵੇਰ ਹੋਈ, ਰਾਜੇ ਪੀਪੇ ਨੇ ਇਸ਼ਨਾਨ ਕੀਤਾ। ਕੁਝ ਖਾਣ ਪੀਣ ਤੋਂ ਪਹਿਲਾਂ ਹੀ ਉਸਨੇ ਆਪਣੇ ਸੇਵਕ ਨੂੰ ਉਸ ਸੰਤ ਮੰਡਲੀ ਦੇ 2 ਮੁਖੀਆਂ ਦੇ ਵੱਲ ਭੇਜਿਆ। ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਕਿ ਸੰਤ ਜੀ ਰਾਜ ਮਹਿਲ 'ਚ ਆ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਸੇਵਕ ਸੰਤਾਂ ਦੇ ਪਾਸ ਪੁੱਜਾ। ਪੀਪਾ ਨੇ ਜੋ ਕੁਛ ਜਿਵੇਂ ਕਿਹਾ ਸੀ ਉਸੇ ਤਰੀਕੇ ਦੇ ਨਾਲ ਸੇਵਕਾਂ ਨੂੰ ਸੰਤਾਂ ਨੂੰ ਆਖਿਆ ਤਾਂ ਸੇਵਕ ਨੇ ਦੱਸਿਆ, ਅੱਜ ਉਹ ਹੈਰਾਨ ਤੇ ਉਦਾਸ ਨੇ। ਦਿਲ ਦੀਆਂ ਬੁੱਝਣ ਵਾਲੇ ਪੂਰਨ ਸੰਤ ਤਾੜ ਗਏ ਕਿ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ ਹੈ, ਰਾਜੇ ਨੂੰ ਸਮੱਤ ਬਖਸ਼ ਕੇ ਸਿੱਧੇ ਰਾਹ ਵੱਲ ਤੁਰਨ ਦੇ ਵੱਲ ਪ੍ਰੇਰਿਆ ਹੈ। ਉਹ ਆਨੰਦ ਚਿੱਤ ਰਾਜ ਮਹਿਲ ਦੇ ਵੱਲ ਆ ਗਏ। ਜਦੋਂ ਸੰਤ ਜੀ ਰਾਜੇ ਦੇ ਕੋਲੇ ਆਏ ਤਾਂ ਉਹਨਾਂ ਦਾ ਚਿਹਰਾ ਦੇਖ ਕੇ ਖੁਸ਼ ਹੋ ਗਏ, ਪਰ ਰਾਜਾ ਨਿਰਾਲੀ ਹਾਲਤ ਵਿੱਚ ਸੀ। ਉਹ ਦੁਰਗਾ ਦੀ ਪੂਜਾ ਵਾਸਤੇ ਨਾ ਗਿਆ। ਰਾਜ ਪੰਡਤ ਤੇ ਬ੍ਰਾਹਮਣ ਮੁੜ ਮੁੜ ਕੇ ਸੱਦਣ ਵਾਸਤੇ ਸੁਨੇਹੇ ਭੇਜਦੇ ਰਹੇ, ਹਾਰ ਕੇ ਆਪ ਵੀ ਆਏ, ਪਰ ਪੀਪੇ ਨੇ ਇੱਕੋ ਉੱਤਰ ਦਿੱਤਾ, ਦੇਵੀ ਦੇ ਸਾਹਮਣੇ ਮੈਂ ਨਹੀਂ ਜਾ ਸਕਦਾ। ਪੀਪਾ ਜੀ ਬਰਾਬਗੀ ਜਿਹੇ ਹੋ ਗਏ, ਉਹਨਾਂ ਦੀ ਅੱਖਾਂ 'ਚ ਨਿਰਾਲੀ ਚਮਕ ਸੀ। ਸੰਤ ਜੀ ਮਹਾਰਾਜ ਦੇ ਦਰਸ਼ਨ ਕਰਕੇ ਰਾਜੇ ਦੀ ਉਦਾਸੀ ਦੂਰ ਹੋ ਗਈ। ਉਸਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਪ੍ਰਾਰਥਨਾ ਕੀਤੀ, ਹੇ ਹਰੀ ਭਗਤੋ, ਮੇਰਾ ਦੁੱਖ ਦੂਰ ਕਰੋ। ਆਪ ਹੀ ਦੁੱਖ ਲਾ ਗਏ ਜੇ, ਹੁਣ ਤੁਸੀਂ ਆਪ ਹੀ ਨਿਵਰਤ ਕਰ ਸਕਦੇ ਹੋ। ਮੈਨੂੰ ਆਪਣੇ ਗੁਰੂ ਦੇ ਕੋਲੇ ਲੈ ਚੱਲੋ, ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ। ਦਰਸ਼ਨ ਵਾਸਤੇ ਮੇਰਾ ਦਿਲ ਬਹਿਬਲ ਹੋ ਰਿਹਾ ਹੈ, ਨਾ ਕੁਝ ਖਾਣ ਨੂੰ ਚਿੱਤ ਕਰਦਾ ਹੈ ਨਾ ਪੀਣ ਨੂੰ। ਜੇ ਮੈਨੂੰ ਉਹਨਾਂ ਦੇ ਦਰਸ਼ਨ ਨਾ ਹੋਏ ਤਾਂ ਮੈਂ ਦੀਵਾਨਾ ਹੋ ਜਾਵਾਂਗਾ, ਮੇਰੇ ਉੱਪਰ ਦਇਆ ਕਰੋ। ਸੰਤ ਨੇ ਧੀਰਜ ਦਿੱਤੀ, ਰਾਜਨ ਕਾਲੀ ਨਾ ਕਰੋ, ਪ੍ਰਭੂ ਤੇਰੇ ਹਿਰਦੇ ਨੂੰ ਸ਼ਾਂਤ ਕਰੇਗਾ। ਨਿਰਾ ਤੂੰ ਆਪ ਹੀ ਸ਼ਾਂਤ ਨਹੀਂ ਹੋਣਾ, ਸਗੋਂ ਤੇਰੇ ਰਾਹੀਂ ਕਈ ਪਾਪੀਆਂ ਤੇ ਦੁਖੀਆਂ ਦਾ ਉਧਾਰ ਹੋਣਾ ਹੈ। ਤੂੰ ਘਬਰਾ ਨਾ, ਸਵਾਮੀ ਜੀ ਤੈਨੂੰ ਦਰਸ਼ਨ ਦੇਣਗੇ। ਤਾਂ ਰਾਜਾ ਪੀਪਾ ਕਹਿੰਦਾ ਹੈ ਕਿ ਦੇਰ ਕਰਨ ਦਾ ਵੇਲਾ ਨਹੀਂ ਹੈ, ਮੇਰੇ ਮਨ ਦੀ ਤੜਫਣਾ ਵੱਧਦੀ ਜਾ ਰਹੀ ਹੈ। ਸੰਤ ਜੀ ਕਹਿੰਦੇ ਨੇ ਕਿ ਤੁਸੀਂ ਐਵੇਂ ਕਰੋ, ਤੁਸੀਂ ਕਾਂਸ਼ੀ ਜਾਓ, ਕਾਂਸ਼ੀ ਜਾ ਕੇ ਸਵਾਮੀ ਰਾਮਾਨੰਦ ਜੀ ਦੇ ਆਸ਼ਰਮ ਦੇ ਬਾਰੇ ਤੁਸੀਂ ਪੁੱਛ ਲੈਣਾ। ਤੇ ਪੀਪਾ ਜੀ ਪੁੱਛਦੇ ਨੇ ਕਿ ਤੁਸੀਂ ਨਾਲ ਨਹੀਂ ਚੱਲੋਗੇ। ਸੰਤ ਕਹਿ ਰਹੇ ਨੇ ਕਿ ਆਗਿਆ ਨਹੀਂ ਹੈ, ਜਿਸ ਦਰਸ਼ਨ ਕਰਨ ਜਾਣਾ ਹੈ, ਜਿਸਨੇ ਵੀ ਜਾਣਾ ਹੈ ਦਰਸ਼ਨ ਕਰਨ ਦੇ ਲਈ, ਉਹ ਇਕੱਲਾ ਹੀ ਜਾਵੇ। ਸੰਤ ਦੀ ਜ਼ੁਬਾਨੋਂ ਬਿਨ ਬਚਨ ਸੁਣ ਕੇ ਪੀਪਾ ਜੀ ਨੇ ਉਸੇ ਵੇਲੇ ਹੁਕਮ ਕੀਤਾ ਕਿ ਮੇਰੇ ਕਾਂਸ਼ੀ ਜਾਣ ਵਾਸਤੇ ਤਿਆਰੀ ਕੀਤੀ ਜਾਵੇ। ਰਾਜਾ ਸੀ, ਰਾਜੇ ਦੇ ਹੁਕਮ ਨੂੰ ਕੌਣ ਮੋੜ ਸਕੇ। ਤੀਰਥ ਯਾਤਰਾ ਕਰਨ ਵਾਸਤੇ ਜਿਸ ਚੀਜ਼ ਦੇ ਸਾਧਨ ਦੀ ਲੋੜ ਸੀ ਸਭ ਇਕੱਠੀ ਕੀਤੀ ਗਈ। ਰੱਥ ਵਿੱਚ ਬੈਠ ਕੇ ਰਾਜਾ ਪੀਪਾ ਕਾਂਸ਼ੀ ਨੂੰ ਤਿਆਰ ਹੋਇਆ। ਮੰਜ਼ਲੋਂ ਮੰਜ਼ਲੀ ਰਾਜਾ ਪੀਪਾ ਜੀ ਕਾਂਸ਼ੀ ਜਾ ਪਹੁੰਚੇ। ਗੰਗਾ ਇਸ਼ਨਾਨ ਕਰਕੇ ਸਵਾਮੀ ਰਾਮਾਨੰਦ ਜੀ ਦੇ ਆਸ਼ਰਮ ਦੇ ਵੱਲ ਗਏ। ਜਾਣੀ ਜਾਣ ਪ੍ਰਭੂ ਨੇ ਚੋਜ ਕਰਨਾ ਸੀ, ਪੀਪੇ ਨੂੰ ਪਰਖਣਾ ਸੀ ਕਿ ਉਹ ਸੱਚਮੁੱਚ ਹੀ ਭਗਤੀ ਮਾਰਗ ਦੇ ਵਿੱਚ ਪੈਰ ਪਾਉਣ ਯੋਗ ਹੈ ਜਾਂ ਨਹੀਂ। ਉਸ ਦਿਨ ਸਵਾਮੀ ਜੀ ਨੇ ਆਸ਼ਰਮ ਦੇ ਵੱਡੇ ਫਾਟਕ ਅੱਗੇ ਇੱਕ ਸੇਵਕ ਨੂੰ ਖੜਾ ਕਰ ਦਿੱਤਾ ਤੇ ਨਾਲ ਹੀ ਆਗਿਆ ਕੀਤੀ ਕਿ ਜਿਸਨੇ ਦਰਸ਼ਨ ਕਰਨ ਆਉਣਾ ਹੋਵੇ ਪਹਿਲਾਂ ਉਹ ਆਗਿਆ ਮੰਗੇ। ਪੀਪਾ ਜੀ ਫਾਟਕ ਅੱਗੇ ਆ ਪੁੱਜੇ। ਸੇਵਕ ਨੇ ਅੰਦਰੋਂ ਜਾਣ ਤੋਂ ਰੋਕ ਦਿੱਤਾ ਤੇ ਜਦੋਂ ਸੇਵਕ ਨੇ ਰੋਕਿਆ ਤਾਂ ਰਾਜਾ ਪੀਪਾ ਸੇਵਕ ਨੂੰ ਕਹਿਣ ਲੱਗਿਆ, ਭਗਤਾ ਸਵਾਮੀ ਜੀ ਨੂੰ ਅੰਦਰ ਜਾ ਕੇ ਆਖ ਕੇ ਗਗਨੌਰ ਦਾ ਰਾਜਾ ਪੀਪਾ ਦਰਸ਼ਨ ਕਰਨ ਵਾਸਤੇ ਆਇਆ। ਸੇਵਕ ਅੰਦਰ ਗਿਆ। ਅੱਗੇ ਸਵਾਮੀ ਜੀ ਆਨੰਦ ਚਿੱਤ ਬੈਠੇ ਹੋਏ ਪ੍ਰਭੂ ਦੀ ਭਗਤੀ ਦੇ ਬਾਰੇ ਸੋਚ ਰਹੇ ਸਨ। ਸੇਵਕ ਨੇ ਪ੍ਰਾਰਥਨਾ ਕੀਤੀ ਕਿ ਸਵਾਮੀ ਜੀ ਸਹਿਜ ਸੁਭਾਅ ਕਿਹਾ ਕਿ ਗਗਨੌਰ ਦਾ ਰਾਜਾ ਆਇਆ ਹੈ, ਉਸ ਦੇ ਨਾਲ ਰਾਣੀਆਂ, ਹਾਥੀ, ਘੋੜੇ, ਧਨ ਪਦਾਰਥ, ਦਾਸ ਦਾਸੀਆਂ ਹਨ, ਪਰ ਰਾਜੇ ਦੇ ਨਾਲ ਸਾਡਾ ਕੀ ਵਾਸਤਾ? ਅਸੀਂ ਗਰੀਬ ਹਾਂ, ਜਾਂ ਆਖਦੇ ਰਾਜਿਆਂ ਦੇ ਨਾਲ ਸਾਡਾ ਮੇਲ ਨਹੀਂ ਹੋ ਸਕਦਾ, ਅਸੀਂ ਕੋਈ ਜਗੀਰ ਨਹੀਂ ਲੈਣੀ। ਸੇਵਕ ਮੁੜਾਇਆ। ਜੋ ਕੁਝ ਸਵਾਮੀ ਨੇ ਆਖਿਆ ਸੋ ਅੱਖਰ ਅੱਖਰ ਠੀਕ ਸੇਵਕ ਨੇ ਰਾਜੇ ਪੀਪੇ ਨੂੰ ਆ ਕੇ ਦੱਸਿਆ। ਰਾਜਾ ਪੀਪਾ ਦਰਸ਼ਨਾਂ ਵਾਸਤੇ ਬਹਿਬਲ ਸੀ। ਉਸਨੇ ਜਦੋਂ ਉੱਤਰ ਸੁਣਿਆ ਤਾਂ ਇੱਕਦਮ ਹੁਕਮ ਕੀਤਾ ਕਿ ਸਾਰਾ ਸ਼ਾਹੀ ਸਮਾਨ ਲੁਟਾ ਦੇਵੋ।
ਧਨ ਗਰੀਬਾਂ 'ਚ ਵੰਡ ਦਿਓ। ਇੱਥੋਂ ਤੱਕ ਕਿ ਸੀਤਾ ਦੇ ਉਦਾਲੇ ਜੇਵਰ ਵੀ ਕੋਈ ਨਾ ਰਹੇ। ਦਾਸ ਦਾਸੀਆਂ ਹੈਰਾਨ ਖਲੋਤੇ ਕਿ ਰਾਜੇ ਦੇ ਮੂੰਹ ਵੱਲ ਹੀ ਦੇਖ ਰਹੇ ਸੀ ਕਿ ਹੁਕਮ ਕੀ ਦੇ ਰਹੇ ਨੇ। ਰਾਜਾ ਪੀਪਾ ਕੜਕ ਕੇ ਬੋਲਿਆ, ਮੇਰੇ ਮੂੰਹ ਵੱਲ ਕੀ ਦੇਖਦੇ ਜੇ? ਛੇਤੀ ਕਰੋ। ਇਹ ਆਖ ਕੇ ਰਾਜੇ ਪੀਪੇ ਨੇ ਸਭ ਤੋਂ ਪਹਿਲਾਂ ਆਪਣੇ ਹੱਥਾਂ ਦੇ ਸੋਨੇ ਦੇ ਕੜੇ ਲਾ ਕੇ ਗਰੀਬਾਂ ਦੇ ਵੱਲ ਸੁੱਟ ਦਿੱਤੇ। ਫਿਰ ਕੀ ਸੀ, ਦਾਸ ਦਾਸੀਆਂ ਨੇ ਕੁਝ ਦਰਬ ਆਪਣੇ ਆਪਣੇ ਕਬਜ਼ੇ ਵਿੱਚ ਕਰ ਲਿਆ, ਕੁਝ ਗਰੀਬਾਂ ਨੂੰ ਲੁਟਾਤਾ। ਇੱਥੋਂ ਤੱਕ ਕਿ ਰੱਥ ਘੋੜੇ ਬ੍ਰਾਹਮਣਾਂ ਨੂੰ ਦੇ ਦਿੱਤੇ। 2 ਰਾਣੀਆਂ ਨਾਲ ਸੀ, ਉਹਨਾਂ ਦੇ ਜੇਵਰ ਤੇ ਕੀਮਤੀ ਵਸਤਰ ਵੀ ਦਾਨ ਕਰ ਦਿੱਤੇ। ਰਾਜਾ ਪੀਪਾ ਇੱਕ ਕੰਗਾਲ ਪੀਪਾ ਹੋ ਗਿਆ। ਉਸ ਵੇਲੇ ਦਾਸ ਦਾਸੀਆਂ ਤੇ ਰਾਣੀਆਂ ਨੂੰ ਹੁਕਮ ਕੀਤਾ ਕਿ ਉਹ ਗਗਨੌਰ ਨੂੰ ਮੁੜ ਜਾਣ। ਸੀਤਾ ਤੋਂ ਬਿਨਾਂ ਸਭ ਗਗਨੌਰ ਨੂੰ ਮੁੜ ਗਏ। ਪੀਪਾ ਤੇ ਸੀਤਾ ਰਹਿ ਗਏ। ਸੁਆਮੀ ਜੀ ਦੇ ਆਸ਼ਰਮ ਦੇ ਅੱਗੇ ਆ ਕੇ ਪੀਪਾ ਨੇ ਮੁੜ ਸੇਵਕਾਂ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਸੁਆਮੀ ਜੀ ਨੂੰ ਆਖੋ ਪੀਪਾ ਦਰਸ਼ਨ ਕਰਨਾ ਚਾਹੁੰਦਾ ਹੈ। ਹੁਕਮ ਦਾ ਬੱਧਾ ਸੇਵਕ ਸੁਆਮੀ ਜੀ ਕੋਲੇ ਗਿਆ ਤੇ ਪੀਪੇ ਦੀ ਕੀਤੀ ਬੇਨਤੀ ਜਾ ਸੁਣਾਈ। ਸੁਆਮੀ ਹੱਸਦੇ ਹੋਏ ਕਹਿਣ ਲੱਗੇ, ਜੇ ਪੀਪਾ ਛੇਤੀ ਮੁਕਤੀ ਦੇ ਭਗਤੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਕਹੋ ਖੂਹ 'ਚ ਛਾਲ ਮਾਰ ਦੇਵੇ। ਸੇਵਕ ਨੇ ਪੀਪੇ ਕੋਲ ਆ ਕੇ ਸੁਆਮੀ ਜੀ ਦੇ ਬਚਨ ਦੱਸਤੇ। ਪੀਪਾ ਜੀ ਉਸੇ ਵੇਲੇ ਰਾਜਾ ਪੀਪਾ ਨਹੀਂ ਸੀ। ਉਹਨਾਂ ਨੂੰ ਜਾਨ ਦੀ ਪਰਵਾਹ ਨਹੀਂ ਸੀ। ਉਹ ਸੁਆਮੀ ਰਾਮਾਨੰਦ ਜੀ ਨੂੰ ਖੁਸ਼ ਕਰਨਾ ਚਾਹੁੰਦਾ ਸੀ। ਜਦੋਂ ਸੁਆਮੀ ਜੀ ਦੀ ਆਗਿਆ ਮਰਨ ਵਾਸਤੇ ਹੋਈ ਤਾਂ ਢਿੱਲ ਕਿਉਂ ਕਰੇ? ਉਸੇ ਵੇਲੇ ਆਗਿਆ ਦਾ ਪਾਲਣ ਕਰਨ ਵਾਸਤੇ ਖੂਹ 'ਚ ਛਾਲ ਮਾਰਨ ਦੇ ਲਈ ਨੱਸ ਉੱਠਿਆ। ਉਸਦੇ ਪਿੱਛੇ ਹੀ ਉਸਦੀ ਰਾਣੀ ਸੀਤਾ ਦੌੜੀ। ਘੱਟ ਘੱਟ ਦੀ ਜਾਣਨ ਵਾਲੇ ਯੋਗੀ ਰਾਜ ਸੁਆਮੀ ਨੇ ਜਦੋਂ ਅਨੁਭਵੀ ਪ੍ਰਕਾਸ਼ ਦੇ ਨਾਲ ਦੇਖਿਆ ਕਿ ਪੀਪਾ ਖੂਹ 'ਚ ਡੁੱਬਣ ਵਾਸਤੇ ਜਾ ਰਿਹਾ ਹੈ ਤਾਂ ਉਹਨਾਂ ਨੇ ਚੇਲਿਆਂ ਨੂੰ ਪਿੱਛੇ ਭਜਾਇਆ ਕਿ ਪੀਪੇ ਨੂੰ ਫੜ ਲਓ, ਖੂਹ 'ਚ ਨਾ ਡਿੱਗਣ ਦੇਣਾ। ਜੇ ਪੀਪਾ ਡਿੱਗ ਪਿਆ ਤਾਂ ਉਸਦੇ ਨਾਲ ਉਸਦੀ ਸੀਤਾ ਵੀ ਖੂਹ 'ਚ ਡਿੱਗ ਕੇ ਮਰ ਜਾਵੇਗੀ। ਉਸਦੇ ਮਰਨ ਦੀ ਹੱਤਿਆ ਲੱਗੇਗੀ। ਤਾਂ ਸੁਆਮੀ ਜੀ ਨੇ ਆਪਣੀ ਯੋਗ ਸ਼ਕਤੀ ਦੇ ਨਾਲ ਪੀਪੇ ਦੀਆਂ ਲੱਤਾਂ ਦੀ ਸ਼ਕਤੀ ਖਿੱਚ ਲਈ। ਉਸਦੇ ਕੋਲੋਂ ਨੱਸਿਆ ਨਾ ਗਿਆ। ਉਧਰ ਚੇਲੇ ਤੇਜ਼ ਦੌੜੇ ਤੇ ਖੂਹ ਰਤਾ ਦੁਰੇਡਾ ਸੀ। ਪੀਪੇ ਨੇ ਜਾ ਕੇ ਅਜੇ ਖੂਹ ਦੀ ਮਣ ਉੱਤੇ ਪੈਰ ਹੀ ਰੱਖਿਆ ਸੀ ਕਿ ਸੁਆਮੀ ਜੀ ਦੇ ਚੇਲਿਆਂ ਨੇ ਜਾ ਕੇ ਬਾਹੋਂ ਫੜ ਲਿਆ। ਉਹ ਭਗਤਾ, ਆਤਮ ਘਾਤ ਨਾ ਕਰ। ਇੱਕ ਚੇਲੇ ਨੇ ਆਖਿਆ, ਮੈਨੂੰ ਛੱਡ ਦਿਓ, ਮੈਂ ਸੁਆਮੀ ਜੀ ਦੀ ਆਗਿਆ ਦਾ ਪਾਲਣ ਕਰਨਾ ਹੈ। ਪੀਪੇ ਦਾ ਉੱਤਰ ਸੀ। ਪਰ ਚੇਲਿਆਂ ਨੇ ਮਰਨ ਨਾ ਦਿੱਤਾ। ਖਿੱਚ ਕੇ ਸੁਆਮੀ ਰਾਮਾਨੰਦ ਜੀ ਦੇ ਕੋਲੇ ਲੈ ਆਏ। ਰਾਮਾਨੰਦ ਜੀ ਦੀ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਪੀਪੇ ਨੂੰ ਪਰਖ ਲਿਆ। ਪੀਪਾ ਹੁਣ ਰਾਜਾ ਨਹੀਂ ਸੀ, ਉਹ ਇੱਕ ਮਾਮੂਲੀ ਪੁਰਸ਼ ਪੀਪਾ ਸੀ। ਪੀਪਾ ਜਾਂਦਾ ਹੀ ਡੰਡੌਤ ਹੋ ਕੇ ਸੁਆਮੀ ਜੀ ਦੇ ਚਰਨਾਂ 'ਚ ਜਾ ਡਿੱਗਿਆ। ਆਪ ਨਹੀਂ ਉੱਠਿਆ। ਸੁਆਮੀ ਜੀ ਨੇ ਫੜ ਕੇ ਉਠਾਇਆ ਤੇ ਆਖਿਆ, ਭਗਤਾ ਉੱਠ, ਰਾਮ ਕਹੋ, ਰਾਮ ਤੇਰੀ ਕਲਿਆਣ ਕਰੇ। ਬਸ ਫਿਰ ਕੀ ਸੀ, ਪੀਪਾ ਨਿਹਾਲ ਹੋ ਗਿਆ। ਜੋ ਚਾਹੁੰਦਾ ਸੀ ਸੋ ਕੁਛ ਉਸਨੇ ਪਾ ਲਿਆ। ਸੁਆਮੀ ਜੀ ਨੇ ਦਿਆਲਤਾ ਕਰਕੇ ਮਿਹਰਾਂ ਦਾ ਮੀਂਹ ਵਰਸਾ ਦਿੱਤਾ। ਹਰੀ ਨਾਮ ਦੀ ਲਗਨ ਲਾ ਦਿੱਤੀ ਤੇ ਆਪਣਾ ਚੇਲਾ ਬਣਾ ਲਿਆ। ਦੀਖਿਆ ਦੇ ਦਿੱਤੀ, ਰਾਮ ਰਾਮ, ਹੇ ਰਾਮ। ਰਾਮ ਦਾ ਜਾਪ ਕਰਦਾ ਹੋਇਆ ਪੀਪਾ ਰਾਮ ਸਰੂਪ ਹੀ ਹੋਣ ਲੱਗਿਆ। ਪੀਪਾ ਜੀ ਦਾ ਰਾਜ ਭਾਗ ਨੂੰ ਤਿਆਗਣਾ। ਪੀਪਾ ਜੀ ਦਾ ਰਾਜ ਭਾਗ ਨੂੰ ਤਿਆਗਣਾ। ਸੁਆਮੀ ਰਾਮਾਨੰਦ ਜੀ ਦੇ ਕੋਲੋਂ ਭਗਤੀ ਦੀ ਦਾਤ ਲੈ ਕੇ ਪੀਪਾ ਜੀ ਆਪਣੇ ਸ਼ਹਿਰ ਗਗਨੌਰ ਆ ਗਏ। ਵਿਦਾ ਕਰਨ ਵੇਲੇ ਸੁਆਮੀ ਰਾਮਾਨੰਦ ਜੀ ਨੇ ਬਚਨ ਕੀਤਾ ਸੀ ਕਿ ਹੇ ਰਾਮਜਨ, ਆਪਣੇ ਸ਼ਹਿਰ ਜਾ ਕੇ ਸੰਤਾਂ ਭਗਤਾਂ ਦੀ ਸੇਵਾ ਕਰ, ਰਾਮ ਨਾਮ ਜਪ। ਜੇ ਤੇਰੇ ਹੱਥੋਂ ਤੇਰੇ ਸ਼ਹਿਰ ਤੇ ਰਾਜ ਦੇ ਵਿੱਚ ਸੰਤਾਂ ਨੂੰ ਸੁੱਖ ਮਿਲਿਆ ਤਾਂ ਅਸੀਂ ਤੇਰੇ ਕੋਲ ਆਵਾਂਗੇ। ਤੈਨੂੰ ਕਾਂਸ਼ੀ ਆਉਣ ਦੀ ਕੋਈ ਲੋੜ ਨਹੀਂ। ਤੇਰੀਆਂ ਸਾਰੀਆਂ ਮੁਰਾਦਾਂ ਘਰ ਬੈਠੇ ਹੀ ਪੂਰੀਆਂ ਹੋ ਜਾਣਗੀਆਂ। ਸੋ ਪੀਪਾ ਜੀ ਨੇ ਆਪਣੇ ਸ਼ਹਿਰ ਆ ਕੇ ਸਾਧੂ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ। ਉਹਨਾਂ ਨੇ ਸੰਤਾਂ ਦੀ ਸੇਵਾ ਇੰਨੇ ਉਤਸ਼ਾਹ ਤੇ ਪਿਆਰ ਦੇ ਨਾਲ ਕੀਤੀ ਕਿ ਜਿਸ ਦੀਆਂ ਦੂਰ ਦੂਰ ਤੱਕ ਧੁੰਮਾਂ ਪੈ ਗਈਆਂ। ਪਰ ਪੀਪਾ ਜੀ ਦੇ ਅੰਦਰ ਬਹਿਬਲਤਾ ਵਿੱਚ ਕਈ ਵਾਰੀ ਇਕੱਲੇ ਬੈਠੇ ਸੁਆਮੀ ਜੀ ਨੂੰ ਬਹੁਤ ਯਾਦ ਕਰਦੇ, ਬੇਨਤੀ ਕਰਿਆ ਕਰਦੇ, ਜਿਵੇਂ ਹੋਵੇ ਸੁਆਮੀ ਜੀ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ। ਤਾਂ ਭਗਤ ਦੀ ਇੱਛਾ ਪੂਰੀ ਕਰਨ ਵਾਸਤੇ ਰਾਮਾਨੰਦ ਜੀ ਗਗਨੌਰ ਸ਼ਹਿਰ ਨੂੰ ਤੁਰ ਪਏ। ਉਹਨਾਂ ਦੇ ਨਾਲ ਭਗਤ ਕਬੀਰ, ਰਵਿਦਾਸ ਤੇ ਹੋਰ ਚੇਲੇ ਸਨ। ਜਦੋਂ ਪੀਪਾ ਜੀ ਨੂੰ ਪਤਾ ਲੱਗਿਆ ਕਿ ਉਸਦੇ ਗੁਰੂ ਉਸਦੇ ਸ਼ਹਿਰ ਤੋਂ ਥੋੜ੍ਹੀ ਦੂਰ ਹਨ ਤਾਂ ਉਸਦਾ ਗੁਰੂ ਚੇਲਿਆਂ ਦੇ ਸਮੇਤ ਉਸਦੇ ਸ਼ਹਿਰ ਲਾਗੇ ਆ ਪਹੁੰਚੇ ਹੈ ਤਾਂ ਉਹ ਬੜੇ ਹੀ ਉਤਸ਼ਾਹ ਦੇ ਨਾਲ ਉਹਨਾਂ ਨੂੰ ਮਿਲਣ ਵਾਸਤੇ ਗਿਆ। ਪਾਲਕੀ, ਦਾਸ ਦਾਸੀਆਂ ਤੇ ਬਹੁਤ ਸਾਰਾ ਦਰਬ ਨਾਲ ਲੈ ਕੇ ਗਿਆ। ਪਹਿਲਾਂ ਡੰਡੌਤ ਹੋ ਕੇ ਆਪਣੇ ਗੁਰੂ ਰਾਮਾਨੰਦ ਜੀ ਨੂੰ ਪ੍ਰਣਾਮ ਕੀਤਾ। ਇਸ ਦੇ ਪਿੱਛੋਂ ਵਾਰੀ-ਵਾਰੀ ਸਾਰੇ ਸਾਧੂਆਂ ਨੂੰ ਪ੍ਰਣਾਮ ਕੀਤਾ। ਰਾਮਾਨੰਦ ਜੀ ਦੇ ਅੱਗੇ ਬੇਨਤੀ ਕੀਤੀ, ਹੇ ਮਹਾਰਾਜ, ਪਾਲਕੀ ਵਿੱਚ ਬੈਠ ਕੇ ਮੇਰੇ ਘਰ ਚੱਲੋ ਤਾਂ ਮੇਰਾ ਗ੍ਰਹਿ ਪਵਿੱਤਰ ਹੋਵੇ। ਉਸਦੀ ਬੇਨਤੀ ਨੂੰ ਰਾਮਾਨੰਦ ਜੀ ਨੇ ਪ੍ਰਵਾਨ ਕੀਤਾ ਤੇ ਪਾਲਕੀ ਦੇ ਵਿੱਚ ਬੈਠ ਕੇ ਰਾਜ ਭਵਨ ਵਿੱਚ ਗਏ।
ਪੀਪਾ ਜੀ ਨੇ ਆਪਣੇ ਗੁਰੂ ਅਤੇ ਸਾਧੂਆਂ ਦੀ ਬਹੁਤ ਸੇਵਾ ਕੀਤੀ, ਬਸਤਰ ਦਿੱਤੇ ਔਰ ਬਹੁਤ ਸਾਰਾ ਦਰਬ ਭੇਂਟ ਕੀਤਾ। ਰਾਮਾਨੰਦ ਜੀ ਪ੍ਰਸੰਨ ਹੋ ਗਏ ਤੇ ਆਸ਼ੀਰਵਾਦ ਦੇ ਕੇ ਪੀਪਾ ਜੀ ਨੂੰ ਨਿਹਾਲ ਕੀਤਾ। ਸਵਾਮੀ ਰਾਮਾਨੰਦ ਜੀ ਜਿਸ ਵੇਲੇ ਪੀਪਾ ਜੀ ਦੇ ਕੋਲੇ ਜਾਣ ਲੱਗੇ ਤਾਂ ਪੀਪਾ ਜੀ ਨੇ ਬੇਨਤੀ ਕੀਤੀ, ਹੇ ਪ੍ਰਭੂ, ਮੈਨੂੰ ਆਪਣੇ ਸਾਥ ਹੀ ਲੈ ਚੱਲੋ, ਰਾਜ ਭਾਗ ਨੂੰ ਤਿਆਗ ਕੇ ਸੰਨਿਆਸ ਧਾਰਨ ਕਰਨਾ ਚਾਹੁੰਦਾ। ਰਾਮਾਨੰਦ ਜੀ ਨੇ ਉਸ ਨੂੰ ਸੰਨਿਆਸੀ ਹੋਣ ਤੋਂ ਨਾ ਰੋਕਿਆ। ਪੀਪਾ ਜੀ ਨੇ ਚੰਗੇ ਬਸਤਰ ਉਧਾਲਿਓ ਲਾਹ ਸੁੱਟਿਆ ਔਰ ਇੱਕ ਕੰਬਲ ਪਕੜ ਕੇ ਕਫਣੀ ਪਾਈ ਤੇ ਉਸ ਕਫਣੀ ਨੂੰ ਗਲ ਪਾ ਲਿਆ ਤੇ ਰਾਜੇ ਤੋਂ ਫਕੀਰ ਬਣ ਗਏ। ਰਾਜੇ ਦੀ ਪ੍ਰਜਾ, ਰਾਜ ਮਹਿਲ ਦੇ ਦਾਸ ਦਾਸੀਆਂ ਤੇ ਰਾਣੀਆਂ ਪੀਪਾ ਜੀ ਦੇ ਨਾਲ ਬਹੁਤ ਪਿਆਰ ਕਰਦੀਆਂ ਸੀ। ਜਦੋਂ ਸਭ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਰਾਜਾ ਅਤੇ ਹਰੀ ਭਗਤ ਰਾਜ ਭਾਗ ਛੱਡ ਕੇ ਸਾਧੂ ਹੋਣ ਜਾ ਰਹੇ ਨੇ ਤਾਂ ਸਾਰੇ ਵਿਰਲਾਪ ਕਰਦੇ ਪੀਪਾ ਜੀ ਦੇ ਕੋਲੇ ਆਏ ਤੇ ਸਭ ਨੇ ਕਿਹਾ, ਆਪ ਜੀ ਰਾਜ ਨਾ ਛੱਡੋ, ਰਾਜ ਕਰਦੇ ਹੋਈ ਭਗਤੀ ਕਰੀ ਜਾਓ। ਕਿਉਂਕਿ ਪੀਪਾ ਜੀ ਸੰਨਿਆਸੀ ਹੋਣ ਦਾ ਪ੍ਰਣ ਕਰ ਚੁੱਕੇ ਸੀ। ਇਸ ਵਾਸਤੇ ਉਹਨਾਂ ਨੂੰ ਪ੍ਰਜਾ ਨੂੰ ਧੀਰਜ ਦਿੰਦਿਆਂ ਕਿਹਾ, ਹੇ ਰਾਮ ਜਨੋ, ਮੇਰੇ ਪ੍ਰਭੂ ਦੀ ਆਗਿਆ ਸੋ ਮੈਂ ਕਰ ਰਿਹਾ ਹਾਂ, ਮੇਰੇ ਵੱਸ ਦੀ ਗੱਲ ਨਹੀਂ ਹੈ। ਭਗਵਾਨ ਤੁਹਾਨੂੰ ਸੁਖ ਸ਼ਾਂਤੀ ਬਖਸ਼ੇ। ਪੀਪਾ ਜੀ ਦੀ ਛੋਟੀ ਰਾਣੀ ਸੀਤਾ ਜੀ ਕੰਬਲੀ ਦੀ ਕਫਨੀ ਪਹਿਨ ਕੇ ਨਾਲ ਜਾਣ ਦੇ ਲਈ ਤਿਆਰ ਹੋ ਗਈ। ਪੀਪਾ ਜੀ ਨੇ ਉਸ ਨੂੰ ਰੋਕਿਆ ਕਿ ਉਹ ਰਾਜ ਮਹਿਲਾਂ ਦੇ ਵਿੱਚ ਹੀ ਰਹੇ, ਪਰ ਸੀਤਾ ਜੀ ਨੇ ਉੱਤਰ ਦਿੱਤਾ, ਮੈਂ ਰਾਮ ਦੀ ਸੀਤਾ ਦੇ ਵਾਂਗ ਆਪਣੇ ਰਾਮ ਦੇ ਨਾਲ ਹੀ ਰਹਾਂਗੀ। ਜਿੱਥੇ ਵੀ ਜਾਣਗੇ ਉੱਥੇ ਹੀ ਜਾਵਾਂਗੀ, ਸੋ ਜੋ ਖਾਣਗੇ ਸੋ ਹੀ ਖਾਵਾਂਗੀ। ਵੈਸ਼ਨਵ ਸੰਨਿਆਸੀਆਂ ਵਿੱਚ ਇਸਤਰੀ ਨੂੰ ਕੋਲ ਨਹੀਂ ਰੱਖਿਆ ਜਾਂਦਾ। ਬ੍ਰਹਮਚਾਰੀ ਸਵਾਮੀ ਰਾਮਾਨੰਦ ਜੀ ਨੇ ਸੀਤਾ ਜੀ ਦਾ ਤਿਆਗ, ਪਤੀ ਭਗਤੀ ਅਤੇ ਹਰੀ ਭਗਤੀ ਨੂੰ ਦੇਖਦੇ ਸਾਧੂ ਸਮਾਜ ਦੇ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਸੋ ਦੋਵੇਂ ਜੀ ਪੂਰਨ ਵਿਰਾਗੀ ਤੇ ਤਿਆਗੀ ਹੋ ਕੇ ਆਪਣੇ ਸ਼ਹਿਰ ਦੇ ਵਿੱਚੋਂ ਨਿਕਲ ਤੁਰੇ। ਰਾਮਾਨੰਦ ਜੀ ਦੀ ਉਹ ਸਾਧ ਮੰਡਲੀ ਜਿੱਧਰ ਵਿਚਰਦੀ ਰਹੀ, ਉਧਰ ਹੀ ਪੀਪਾ ਜੀ ਤੇ ਸੀਤਾ ਜੀ ਵਿਚਰਦੇ ਰਹੇ। ਤੀਰਥਾਂ ਦੀ ਯਾਤਰਾ ਕਰਦੇ ਹੋਏ ਸਾਧੂ ਸਮਾਜ ਦੁਆਰਕਾ ਨਗਰੀ ਪਹੁੰਚ ਗਿਆ। ਥੋੜੇ ਦਿਨ ਯਾਤਰਾ ਕਰਕੇ ਸਵਾਮੀ ਰਾਮਾਨੰਦ ਜੀ ਤਾਂ ਕਾਂਚੀ ਨੂੰ ਪਰਤ ਆਏ, ਪਰ ਪੀਪਾ ਜੀ ਤੇ ਉਹਨਾਂ ਦੀ ਧਰਮ ਪਤਨੀ ਸੀਤਾ ਸਹਿਚਰਨੀ ਦੁਆਰਕਾ ਨਗਰੀ ਹੀ ਰਹੇ। ਭਗਤ ਪੀਪਾ ਜੀ ਦੇ ਭਰੋਸੇ ਦੀਆਂ ਅਨੇਕ ਸਾਖੀਆਂ ਹਨ। ਤਾਂ ਆਪ ਭਰੋਸੇ ਵਾਲੇ ਬੰਦੇ ਸੀ, ਆਪ ਸੱਚੇ ਤੇ ਨਿਰਮਲ ਹਿਰਦੇ ਵਾਲੇ ਸੀ ਤੇ ਹੋਰਨਾਂ ਨੂੰ ਸੱਚੇ ਸਮਝਦੇ ਸੀ। ਜੇ ਉਹਨਾਂ ਦੇ ਨਾਲ ਕੋਈ ਧੋਖਾ ਜਾਂ ਫਰੇਬ ਕਰਨ ਵਾਸਤੇ ਲੋਚਦਾ ਵੀ ਤਾਂ ਉਸਨੂੰ ਮੂੰਹ ਦੀ ਖਾਣੀ ਪੈਂਦੀ। ਦੁਆਰਕਾ ਨਗਰੀ 'ਚ ਰਹਿੰਦਿਆਂ ਪੀਪਾ ਜੀ ਨੇ ਸਾਖੀ ਸੁਣੀ ਕਿ ਸ਼੍ਰੀ ਕ੍ਰਿਸ਼ਨ ਜੀ ਰੁਕਮਣੀ ਸਮੇਤ ਜਿਸ ਦੁਆਰਕਾ 'ਚ ਰਹਿੰਦੇ ਨੇ ਉਹ ਦੁਆਰਕਾ ਨਗਰੀ ਪਾਣੀ ਦੇ ਹੇਠਾਂ ਹੈ। ਅਸਲ 'ਚ ਉਹ ਸਾਖੀ ਪਰਲੋਕ ਦੀ ਸੀ। ਇੱਕ ਦਿਨ ਦਰਿਆ ਦੇ ਕਿਨਾਰੇ ਬੈਠਿਆਂ ਉਹਨਾਂ ਨੇ ਇੱਕ ਬ੍ਰਾਹਮਣ ਕੋਲੋਂ ਪੁੱਛਿਆ, ਪੰਡਿਤ ਜੀ ਇਹ ਦੱਸੋ, ਜਿਸ ਦੁਆਰਕਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਰਹਿੰਦੇ ਨੇ ਉਹ ਦੁਆਰਕਾ ਕਿੱਥੇ ਹੈ? ਉਸ ਬ੍ਰਾਹਮਣ ਨੇ ਜਾਤਾ ਕਿ ਪੁੱਛਣ ਵਾਲਾ ਕੋਈ ਪਾਗਲ ਹੀ ਹੈ, ਕਿਉਂਕਿ ਦੁਆਰਕਾ ਵਿੱਚ ਤਾਂ ਉਹ ਬੈਠਾ ਹੀ ਹੋਇਆ ਸੀ। ਮਖੌਲ ਵਜੋਂ ਉਹ ਬ੍ਰਾਹਮਣ ਬੋਲਿਆ, ਉਹ ਦੁਆਰਕਾ ਪਾਣੀ ਵਿੱਚ ਹੈ। ਪੀਪਾ ਜੀ ਨੇ ਜਾਤਾ ਜੋ ਕੁਛ ਬ੍ਰਾਹਮਣ ਪੁੱਤਰ ਆਖਦਾ ਹੈ ਸੋ ਸੱਚ ਹੀ ਕਹਿੰਦਾ ਹੈ। ਉਸਨੇ ਉਸੇ ਵੇਲੇ ਪਾਣੀ 'ਚ ਛਾਲ ਮਾਰ ਦਿੱਤੀ। ਉਸਦੇ ਪਿੱਛੇ ਹੀ ਸੀਤਾ ਗੁੱਦ ਪਈ। ਦੋਵੇਂ ਘੜੀ ਵਿੱਚ ਹੀ ਗੋਤਾ ਖਾ ਗਏ। ਦੇਖਣ ਵਾਲੇ ਹੈਰਾਨ ਹੋਏ। ਲੋਕ ਦੱਸਣ ਵਾਲੇ ਪੰਡਤ ਨੂੰ ਫਟਕਾਰਾਂ ਪਾਉਣ ਲੱਗੇ, ਤੂੰ ਇਹ ਕੀ ਕਹਿ ਦਿੱਤਾ? ਪਰ ਉਸ ਵਿਚਾਰੇ ਦੇ ਕੋਲੇ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਉਸਨੂੰ ਨਹੀਂ ਸੀ ਪਤਾ ਕਿ ਐਸਾ ਆਦਮੀ ਹੈ ਜੋ ਹਰ ਇੱਕ ਦੇ ਬੋਲ ਬਚਨ ਹੀ ਸੱਚ ਸਮਝਦਾ ਹੈ। ਦੂਜੇ ਪਾਸੇ ਭਗਤਾਂ ਦਾ ਰਾਖਾ ਆਪ ਭਗਵਾਨ ਹੈ। ਜਦੋਂ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਦੇਖਿਆ ਕਿ ਉਹਨਾਂ ਦਾ ਭਗਤ ਤੇ ਭਗਤਨੀ ਉਸਦੇ ਦਰਸ਼ਨਾਂ ਨੂੰ ਆ ਰਹੇ ਨੇ, ਉਹਨਾਂ ਅੱਗੋਂ ਦੇਵਤੇ ਭੇਜੇ ਜੋ ਦੋਹਾਂ ਨੂੰ ਉਹਨਾਂ ਦੇ ਪਾਸ ਲੈ ਆਏ। ਦੇਵਤਿਆਂ ਨੇ ਦੋਹਾਂ ਦੇ ਸਿਰ ਧਰਤੀ ਦੇ ਨਾਲ ਨਾ ਲੱਗਣ ਦਿੱਤੇ। ਰਸਤੇ ਵਿੱਚ ਹੀ ਜਾ ਪਹੁੰਚਿਆ। ਦੇਵਤਿਆਂ ਨੇ ਦੋਹਾਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਪੇਸ਼ ਕੀਤਾ। ਪੀਪਾ ਜੀ ਦਰਸ਼ਨ ਕਰਕੇ ਨਿਹਾਲ ਹੋ ਗਏ। ਪੀਪਾ ਜੀ ਨੇ ਬੇਨਤੀ ਕੀਤੀ, ਹੇ ਪ੍ਰਭੂ, ਮੈਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਜਿਸ ਦਰਸ਼ਨ ਦੇ ਬਦਲੇ ਤੜਫ ਰਿਹਾ ਸਾਂ ਸੋ ਹੋ ਗਏ ਨੇ। ਚਰਨ ਕਮਲਾਂ ਦੇ ਵਿੱਚੋਂ ਬਾਹਰ ਜਾਣ ਦਾ ਹੌਸਲਾ ਹੀ ਨਹੀਂ ਹੋ ਰਿਹਾ। ਪ੍ਰਭੂ ਜੀ ਨੇ ਆਪਣੀ ਨਿਸ਼ਾਨੀ ਮੁੰਦਰੀ ਦਿੱਤੀ। ਸ਼੍ਰੀ ਰੁਕਮਣੀ ਜੀ ਨੇ ਸੀਤਾ ਨੂੰ ਸਾੜੀ ਬਖਸ਼ੀ। ਦੋਵੇਂ ਨਿਸ਼ਾਨੀਆਂ ਲੈਣ ਪਿੱਛੋਂ ਪ੍ਰਭੂ ਦੇ ਦਰਬਾਰ ਦੇ ਵਿੱਚੋਂ ਵਿਦਾ ਹੋ ਆਏ। ਦੇਵਤੇ ਜਲ ਤੋਂ ਬਾਹਰ ਕਰ ਗਏ, ਪਰ ਪ੍ਰਭੂ ਕੋਲੋਂ ਵਿਛੜ ਕੇ ਭਗਤ ਜੀ ਉਸੇ ਤਰ੍ਹਾਂ ਤੜਪੇ ਜਿਵੇਂ ਪਾਣੀ ਤੋਂ ਦੂਰ ਮੱਛੀ ਤੜਫਦੀ ਹੈ। ਸੁੱਕੀ ਕੱਪੜੀ ਪਾਣੀ ਵਿੱਚੋਂ ਨਿਕਲਦਿਆਂ ਦੇਖ ਲੋਕ ਬੜੇ ਹੈਰਾਨ ਹੋਏ। ਕਈਆਂ ਨੇ ਪੁੱਛਿਆ, ਭਗਤ ਜੀ ਤੁਸੀਂ ਤਾਂ ਡੁੱਬ ਗਏ ਸੀ। ਨਹੀਂ ਭਾਈ, ਡੁੱਬੇ ਨਹੀਂ ਸੀ, ਅਸੀਂ ਤਾਂ ਪ੍ਰਭੂ ਦੇ ਦਰਸ਼ਨਾਂ ਨੂੰ ਗਏ ਸੀ, ਸੋ ਦਰਸ਼ਨ ਕਰਕੇ ਆਏ ਹਾਂ।
ਜਦੋਂ ਲੋਕਾਂ ਨੂੰ ਪੂਰੀ ਵਾਰਤਾ ਦਾ ਪਤਾ ਲੱਗਾ ਤਾਂ ਪੀਪਾ ਜੀ ਦੀ ਮਹਿਮਾ ਸਾਰੀ ਦੁਆਰਕਾ ਨਗਰੀ ਦੇ ਵਿੱਚ ਸੁਗੰਧੀ ਦੀ ਤਰ੍ਹਾਂ ਖਿਲਰ ਗਈ।